BTV ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਸਿਮਰਨਜੀਤ ਕੌਰ ਲੈ ਕੇ ਹਾਜ਼ਰ ਹਾਂ ਕੈਨੇਡਾ ਅਤੇ ਅੰਤਰਰਾਸ਼ਟਰੀ ਖਬਰਾਂ ਦਾ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਮੁੱਖ ਖਬਰਾਂ ਦੇ ਨਾਲ। ਲੂਇਸਟਨ ਮੇਨ ਵਿੱਚ ਹੋਈ ਮਾਸ ਸ਼ੂਟਿੰਗ, 18 ਲੋਕਾਂ ਦੀ ਮੌਤ, 13 ਜ਼ਖਮੀ, ਸ਼ੱਕੀ ਦੀ ਭਾਲ ਜਾਰੀ। ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੇ ਮੇਨ 'ਚ ਹੋਈ ਮਾਸ ਸ਼ੂਟਿੰਗ ਨੂੰ ਲੈ ਕੇ ਚੇਤਾਵਨੀ ਕੀਤੀ ਜਾਰੀ, ਲੋਕਾਂ ਨੂੰ ਘਰਾਂ ਦੇ ਦਰਵਾਜ਼ੇ ਖਿੜਕੀਆਂ ਬੰਦ ਰੱਖਣ ਲਈ ਕਿਹਾ। यूरोपियन यूनियन ने गाजा विच सहायता पहुंचाने लई इजराइल हमास जंग नूं विराम देण दी कीती मंग। मैक्सीको च तूफान ओटिस ने मचाई तबाही, कई लोकां दी मौत, हनेरे च डुੱਬਿਆ ਗੁਏਰੇਰੋ। हुण खबरां विस्तार नाल। ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੇ ਕੈਨੇਡਾ ਅਮਰੀਕਾ ਸਰਹੱਦ ਤੇ ਤਾਇਨਾਤ ਆਪਣੇ ਅਧਿਕਾਰੀਆਂ ਨੂੰ ਹਥਿਆਰਬੰਦ ਅਤੇ ਖਤਰਨਾਕ ਵਿਅਕਤੀ ਖਿਲਾਫ ਚੇਤਾਵਨੀ ਜਾਰੀ ਕੀਤੀ ਹੈ। ਉਹਨਾਂ ਨੂੰ ਦੱਖਣੀ ਮੇਨ ਵਿੱਚ ਘੱਟੋ-ਘੱਟ 18 ਲੋਕਾਂ ਨੂੰ ਗੋਲੀ ਮਾਰਨ ਦੇ ਸ਼ੱਕੀ ਵਿਅਕਤੀ ਦੀ ਭਾਲ ਵਿੱਚ ਰਹਿਣ ਦੀ ਚੇਤਾਵਨੀ ਦਿੱਤੀ। ਇਹ ਗੋਲੀਬਾਰੀ ਲੰਘੇ ਬੁੱਧਵਾਰ ਦੀ ਰਾਤ ਨਿਊ ਬ੍ਰੰਸਵਿਕ ਸਰਹੱਦ ਦੇ ਦੱਖਣ ਪੱਛਮ ਵਿੱਚ 260 ਕਿਲੋਮੀਟਰ ਦੂਰ ਲੂਇਸਟਨ 'ਚ ਵਾਪਰੀ। ਇੱਕ ਪੁਲਿਸ ਬੁਲੇਟਿਨ ਨੇ ਸ਼ੱਕੀ ਦੀ ਪਛਾਣ 40 ਸਾਲ ਦੇ ਰੋਬਰਟ ਕਾਰਡ ਵਜੋਂ ਕੀਤੀ, ਜੋ ਕਿ ਇੱਕ ਹਥਿਆਰਾਂ ਦਾ ਇੰਸਟ੍ਰਕਟਰ ਮੰਨਿਆ ਜਾਂਦਾ ਹੈ ਕਿ ਉਹ US ਆਰਮੀ ਰਿਜ਼ਰਵ ਵਿੱਚ ਸੀ ਅਤੇ ਸਾਕੋ ਮੇਨ ਵਿੱਚ ਇੱਕ ਸਿਖਲਾਈ ਸਹੂਲਤ ਲਈ ਨਿਯੁਕਤ ਕੀਤਾ ਗਿਆ ਸੀ। ਕਿਉਂਕਿ ਸ਼ੱਕੀ ਵਿਅਕਤੀ ਦੀ ਖੋਜ ਜਾਰੀ ਹੈ, ਇਸ ਦੌਰਾਨ ਪੁਲਿਸ ਨੇ ਚੇਤਾਵਨੀ ਜਾਰੀ ਕਰਕੇ ਦੱਖਣੀ ਮੇਨ ਦੇ ਵਸਨੀਕਾਂ ਨੂੰ ਆਪਣੇ ਦਰਵਾਜ਼ੇ ਬੰਦ ਕਰਨ ਅਤੇ ਅੰਦਰ ਰਹਿਣ ਲਈ ਕਿਹਾ। CBSA ਦਾ ਕਹਿਣਾ ਹੈ ਕਿ ਉਹ ਕੈਨੇਡਾ ਦੀਆਂ ਸਰਹੱਦਾਂ ਨੂੰ ਕਿਸੇ ਵੀ ਖਤਰੇ ਜਾਂ ਗੈਰ ਕਾਨੂੰਨੀ ਦਾਖਲੇ ਦੀ ਕੋਸ਼ਿਸ਼ ਤੋਂ ਬਚਾਉਣ ਲਈ US ਕਸਟਮਜ਼ ਅਤੇ ਬਾਰਡਰ ਪ੍ਰੋਟੈਕਸ਼ਨ ਅਤੇ RCMP ਸਮੇਤ ਕੈਨੇਡੀਅਨ ਅਤੇ US ਕਾਨੂੰਨ ਲਾਗੂ ਕਰਨ ਵਾਲੇ ਭਾਈਵਾਲਾਂ ਨਾਲ ਕੰਮ ਕਰ ਰਿਹਾ ਹੈ। ਕੈਨੇਡੀਅਨ ਬਾਰਡਰ ਏਜੰਸੀ ਨੇ ਕਿਹਾ ਕਿ ਇਸ ਦੀ ਹਥਿਆਰਬੰਦ ਅਤੇ ਖਤਰਨਾਕ ਹਥਿਆਰਾਂ ਦੀ ਲੁੱਕਆਊਟ ਚੇਤਾਵਨੀ ਇੱਕ ਅੰਦਰੂਨੀ ਪ੍ਰਣਾਲੀ ਦੁਆਰਾ ਇਸ ਦੇ ਸਾਰੇ ਅਧਿਕਾਰੀਆਂ ਨੂੰ ਭੇਜੀ ਗਈ ਸੀ ਅਤੇ ਏਜੰਸੀ ਨੇ ਕਿਹਾ ਕਿ ਕੈਨੇਡਾ US ਸਰਹੱਦ ਦੇ ਨਾਲ ਸਾਰੇ ਐਂਟਰੀ ਪੁਆਇੰਟ ਖੁੱਲ੍ਹੇ ਰਹਿਣਗੇ। ਅਮਰੀਕਾ ਦੇ ਲੂਇਸਟਨ ਮੇਨ ਵਿੱਚ ਅਧਿਕਾਰੀਆਂ ਨੇ ਲੰਘੇ ਵੀਰਵਾਰ ਨੂੰ ਇੱਕ US ਆਰਮੀ ਰਿਜ਼ਰਵਿਸਟ ਲਈ ਜ਼ਮੀਨ ਅਤੇ ਪਾਣੀ ਤੇ ਇੱਕ ਬਹੁਰਾਜੀ ਖੋਜ ਜਾਰੀ ਰੱਖੀ, ਜਿਸ ਦਾ ਕਹਿਣਾ ਹੈ ਕਿ ਇੱਕ ਬੋਲਿੰਗ ਐਲੇ ਅਤੇ ਬਾਰ ਵਿੱਚ ਇੱਕ ਸਮੂਹਿਕ ਗੋਲੀਬਾਰੀ ਵਿੱਚ 18 ਲੋਕਾਂ ਦੀ ਮੌਤ ਹੋ ਗਈ ਅਤੇ 13 ਜ਼ਖਮੀ ਹੋ ਗਏ, ਜਿਸ ਨਾਲ ਪੂਰਾ ਮੇਨ ਇਸ ਸਮੇਂ ਡਰ ਦੀ ਸਥਿਤੀ ਵਿੱਚ ਹੈ। ਸਕੂਲ, ਡਾਕਟਰਾਂ ਦੇ ਦਫ਼ਤਰ ਅਤੇ ਕਰਿਆਨੇ ਦੀਆਂ ਦੁਕਾਨਾਂ ਬੰਦ ਹੋ ਗਈਆਂ ਹਨ ਅਤੇ ਲੋਕ ਲੂਇਸਟਨ ਵਿੱਚ ਲੰਘੇ ਬੁੱਧਵਾਰ ਰਾਤ ਦੀ ਗੋਲੀਬਾਰੀ ਦੇ ਦ੍ਰਿਸ਼ਾਂ ਤੋਂ 50 ਮੀਲ ਦੂਰ ਸ਼ਹਿਰਾਂ ਵਿੱਚ ਬੰਦ ਦਰਵਾਜ਼ੇ ਦੇ ਪਿੱਛੇ ਲੁਕੇ ਹੋਏ ਹਨ। ਰਾਸ਼ਟਰਪਤੀ ਜੋ ਬਾਈਡਨ ਨੇ ਸਾਰੇ ਅਮਰੀਕੀ ਝੰਡੇ ਹਾਫ ਸਟਾਫ ਤੇ ਲਹਿਰਾਉਣ ਦਾ ਆਦੇਸ਼ ਦਿੱਤਾ, ਕਿਉਂਕਿ ਦੇਸ਼ ਭਰ ਤੋਂ ਅਤੇ ਘਰ ਵਿੱਚ ਸ਼ੋਕ ਪ੍ਰਗਟ ਕੀਤੇ ਗਏ ਸਨ, ਜਿਸ ਵਿੱਚ ਮੇਨ ਦੇ ਮੂਲ ਨਿਵਾਸੀ ਅਤੇ ਲੇਖਕ ਸਟੀਫਨ ਕਿੰਗ ਵੀ ਸ਼ਾਮਲ ਸਨ, ਜਿਨ੍ਹਾਂ ਨੇ ਇਸ ਘਟਨਾ ਨੂੰ ਪਾਗਲਪਨ ਕਿਹਾ ਸੀ। ਹਮਲਿਆਂ ਨੇ ਸਿਰਫ 1.3 ਮਿਲੀਅਨ ਲੋਕਾਂ ਦੇ ਰਾਜ ਨੂੰ ਹੈਰਾਨ ਕਰ ਦਿੱਤਾ, ਜੋ ਕਿ ਦੇਸ਼ ਦੀ ਸਭ ਤੋਂ ਘੱਟ ਕਤਲੇਆਮ ਦਰਾਂ ਵਿੱਚੋਂ ਇੱਕ ਹੈ, ਜਿਸ ਵਿੱਚ ਸਾਰੇ 2022 ਵਿੱਚ 29 ਕਤਲ ਦੇ ਮਾਮਲੇ ਦਰਜ ਕੀਤੇ ਗਏ ਸੀ। ਜ਼ਿਕਰਯੋਗ ਹੈ ਕਿ ਕੈਨੇਡਾ US ਦੀ ਬਾਰਡਰ ਪੁਲਿਸ ਵੱਲੋਂ ਸ਼ੱਕੀ ਵਿਅਕਤੀ ਦੀ ਭਾਲ ਕੀਤੀ ਜਾ ਰਹੀ ਹੈ ਅਤੇ ਨਾਲ ਹੀ ਆਮ ਲੋਕਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਉਹ ਆਪਣੇ ਘਰਾਂ ਦੇ ਦਰਵਾਜ਼ੇ ਬੰਦ ਰੱਖਣ। ਪੁਲਿਸ ਨੇ ਵੈਨਕੂਵਰ ਦੇ ਡਾਊਨਟਾਊਨ ਈਸਟ ਸਾਈਡ ਵਿੱਚ ਸ਼ਹਿਰ ਦੇ ਚੱਲ ਰਹੇ ਓਵਰਡੋਜ਼ ਡਰੱਗ ਸੰਕਟ ਦੇ ਵਿਚਕਾਰ ਇੱਕ ਸੁਰੱਖਿਅਤ ਪਰ ਗੈਰ ਮਨਜ਼ੂਰਸ਼ੁਦਾ ਡਰੱਗ ਸਪਲਾਈ ਪ੍ਰਦਾਨ ਕਰਨ ਦੇ ਟੀਚੇ ਦੇ ਨਾਲ ਇੱਕ ਹਮਦਰਦੀ ਕਲੱਬ ਤੇ ਕਾਰਵਾਈ ਸ਼ੁਰੂ ਕੀਤੀ ਹੈ। ਵੈਨਕੂਵਰ ਪੁਲਿਸ ਨੇ ਲੰਘੇ ਵੀਰਵਾਰ ਨੂੰ ਐਲਾਨ ਕੀਤਾ ਕਿ ਅਧਿਕਾਰੀਆਂ ਨੇ ਹੇਸਟਿੰਗ ਸਟਰੀਟ ਤੇ ਡਰੱਗ ਯੂਜ਼ਰ ਲਿਬਰੇਸ਼ਨ ਫਰੰਟ ਦੇ ਦਫ਼ਤਰ ਦੇ ਨਾਲ-ਨਾਲ ਸ਼ਹਿਰ ਦੇ ਪੂਰਬ ਵਾਲੇ ਪਾਸੇ 2 ਘਰਾਂ ਤੇ ਸਰਚ ਵਾਰੰਟਾਂ ਨੂੰ ਲਾਗੂ ਕਰਨ ਤੋਂ ਬਾਅਦ 2 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਅਧਿਕਾਰੀਆਂ ਨੇ ਕਿਹਾ ਕਿ ਉਹਨਾਂ ਨੇ ਤਲਾਸ਼ੀ ਦੌਰਾਨ ਸੰਭਾਵਿਤ ਹੈਰੋਇਨ ਅਤੇ ਕੋਕੀਨ ਸਮੇਤ ਕਈ ਤਰ੍ਹਾਂ ਦੇ ਸ਼ੱਕੀ ਨਸ਼ੀਲੇ ਪਦਾਰਥ ਜ਼ਬਤ ਕੀਤੇ, ਪਰ ਉਹਨਾਂ ਵਿੱਚੋਂ ਕਿਸੇ ਦੀ ਮਾਤਰਾ ਮੁਹੱਈਆ ਨਹੀਂ ਕਰ ਸਕੇ। ਅਧਿਕਾਰੀਆਂ ਨੇ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਵਿੱਚੋਂ ਕਿਸੇ ਦੀ ਵੀ ਜਨਤਕ ਤੌਰ ਤੇ ਪਛਾਣ ਨਹੀਂ ਕੀਤੀ ਹੈ, ਜਿਨ੍ਹਾਂ ਨੂੰ ਬਾਅਦ ਵਿੱਚ ਬਿਨਾਂ ਕਿਸੇ ਦੋਸ਼ ਦੇ ਰਿਹਾ ਕੀਤਾ ਗਿਆ ਸੀ। ਉੱਥੇ ਮੌਜੂਦ ਇੱਕ ਅਧਿਕਾਰੀ ਨੇ ਕਿਹਾ ਕਿ VPD ਦੀ ਜਾਂਚ ਜਾਰੀ ਹੈ ਅਤੇ ਪੁਲਿਸ ਨਸ਼ੀਲੇ ਪਦਾਰਥਾਂ ਦੀ ਤਸਕਰੀ ਨਾਲ ਸੰਬੰਧਿਤ ਦੋਸ਼ਾਂ ਦੀ ਸਿਫਾਰਿਸ਼ ਕਰਨ ਤੇ ਵਿਚਾਰ ਕਰ ਰਹੀ ਹੈ। ਡਰੱਗ ਯੂਜ਼ਰ ਲਿਬਰੇਸ਼ਨ ਫਰੰਟ ਦੇ ਅਨੁਸਾਰ ਸੰਸਥਾ 1 ਸਾਲ ਤੋਂ ਵੱਧ ਸਮੇਂ ਤੋਂ ਟੈਸਟ ਕੀਤੀਆਂ ਦਵਾਈਆਂ ਦੀ ਕੀਮਤ ਤੇ ਵੇਚ ਰਹੀ ਹੈ। ਜਨਵਰੀ ਵਿੱਚ ਮੀਡੀਆ ਨਾਲ ਗੱਲ ਕਰਦੇ ਹੋਏ ਬਿਆਨ ਦਿੱਤਾ ਗਿਆ ਸੀ ਕਿ ਕਲੱਬ ਪ੍ਰੋਗਰਾਮ ਦੀ ਸਮੀਖਿਆ ਵਿੱਚ ਸ਼ਾਨਦਾਰ ਨਤੀਜੇ ਸਾਹਮਣੇ ਆਏ ਹਨ, ਜਿਸ ਵਿੱਚ ਘੱਟ ਓਵਰਡੋਜ਼, ਕੁਝ ਗਾਹਕਾਂ ਵਿੱਚ ਡਰੱਗ ਦੀ ਵਰਤੋਂ ਵਿੱਚ ਕਮੀ ਅਤੇ 0 ਸੰਬੰਧਿਤ ਮੌਤਾਂ ਸ਼ਾਮਲ ਹਨ। BC ਕੋਰੋਨਰਾ ਦੇ ਤਾਜ਼ਾ ਅੰਕੜਿਆਂ ਅਨੁਸਾਰ ਅਗਸਤ ਵਿੱਚ 174 ਸਮੇਤ ਜ਼ਹਿਰੀਲੀਆਂ ਦਵਾਈਆਂ ਤੋਂ ਮੌਤਾਂ ਦੀ ਇੱਕ ਹੈਰਾਨ ਕਰਨ ਵਾਲੀ ਗਿਣਤੀ ਨੂੰ ਰਿਕਾਰਡ ਕਰਨਾ ਜਾਰੀ ਹੈ, ਜਦੋਂ ਕਿ ਇਹ ਔਸਤਨ ਪ੍ਰਤੀ ਦਿਨ ਲਗਭਗ 5.6% ਮੌਤਾਂ ਦੇ ਬਰਾਬਰ ਹੈ। BC ਕੋਰੋਨਰ ਸਰਵਿਸਿਜ਼ ਨੇ ਕਿਹਾ ਕਿ ਇਹ ਜੂਨ 2022 ਤੋਂ ਬਾਅਦ ਸਭ ਤੋਂ ਘੱਟ ਮਾਸਿਕ ਕੁੱਲ ਰਿਕਾਰਡ ਕੀਤਾ ਗਿਆ ਹੈ। 2023 ਦਾ ਹੁਣ ਤੱਕ ਦਾ ਸਭ ਤੋਂ ਘਾਤਕ ਮਹੀਨਾ ਅਪ੍ਰੈਲ ਸੀ, ਜਦੋਂ 235 ਘਾਤਕ ਓਵਰਡੋਜ਼ ਦੇ ਮਾਮਲੇ ਦਰਜ ਕੀਤੇ ਗਏ ਸਨ। ਐਲਬਰਟਾ ਦੇ ਪ੍ਰੀਮੀਅਰ ਡੈਨੀਅਲ ਸਮਿਥ ਨੇ ਇੱਕ ਰਿਪੋਰਟ ਜਾਰੀ ਕਰਨ ਤੋਂ ਬਾਅਦ ਵਿਸ਼ਵ ਦੇ ਪ੍ਰਮੁੱਖ ਊਰਜਾ ਖੋਜ ਸੰਸਥਾਵਾਂ ਵਿੱਚੋਂ ਇੱਕ ਨੂੰ ਹੁਣ ਭਰੋਸੇਯੋਗ ਨਹੀਂ ਕਿਹਾ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਇਸ ਦਹਾਕੇ ਵਿੱਚ ਫੋਸਿਲ ਫਿਊਲ ਦੀ ਡਿਮਾਂਡ ਸਿਖਰ ਤੇ ਹੋਣ ਦੀ ਸੰਭਾਵਨਾ ਹੈ।
ਸਮਿਥ ਦਾ ਕਹਿਣਾ ਹੈ ਕਿ ਇੰਟਰਨੈਸ਼ਨਲ ਐਨਰਜੀ ਏਜੰਸੀ ਹੁਣ ਵਿਸ਼ਲੇਸ਼ਣ ਨਹੀਂ ਕਰਦੀ, ਇਹ ਉਹਨਾਂ ਨਤੀਜਿਆਂ ਵੱਲ ਇਸ਼ਾਰਾ ਕਰਦੀ ਹੈ ਜੋ ਉਹ ਚਾਹੁੰਦੀ ਹੈ ਅਤੇ ਉੱਥੇ ਪਹੁੰਚਣ ਲਈ ਰਸਤੇ ਦੀ ਰੂਪਰੇਖਾ ਦੱਸਦੀ ਹੈ। ਸਮਿਥ ਨੇ ਕਿਹਾ ਕਿ ਉਹ ਨਿੱਜੀ ਖੇਤਰ ਦੇ ਵਿਸ਼ਲੇਸ਼ਕਾਂ ਤੋਂ ਆਪਣੀ ਜਾਣਕਾਰੀ ਪ੍ਰਾਪਤ ਕਰਨਾ ਪਸੰਦ ਕਰਦੀ ਹੈ। ਜਾਣਕਾਰੀ ਮੁਤਾਬਕ ਅੰਤਰਰਾਸ਼ਟਰੀ ਊਰਜਾ ਏਜੰਸੀ ਦੇ 31 ਮੈਂਬਰ ਦੇਸ਼ ਹਨ ਅਤੇ ਇਹ ਆਪਣੀਆਂ ਰਿਪੋਰਟਾਂ ਦੀ ਖੋਜ ਕਰਨ ਲਈ OPEC, G20 ਅਤੇ ਸੰਯੁਕਤ ਰਾਸ਼ਟਰ ਵਰਗੇ ਸਮੂਹਾਂ ਨਾਲ ਕੰਮ ਕਰਦਾ ਹੈ ਜੋ ਦੁਨੀਆ ਭਰ ਵਿੱਚ ਸੁਰਖੀਆਂ ਬਣਾਉਂਦੇ ਹਨ। ਇਸਨੇ ਊਰਜਾ ਗ੍ਰਿਡਾਂ, ਤੇਲ ਬਾਜ਼ਾਰਾਂ, ਟੈਕਨੋਲੋਜੀਜ਼ ਅਤੇ ਆਵਾਜਾਈ ਵਿੱਚ ਖੋਜ ਕੀਤੀ ਹੈ। ਇਸ ਹਫ਼ਤੇ ਦੇ ਸ਼ੁਰੂ ਵਿੱਚ ਜਾਰੀ ਕੀਤੀ ਗਈ ਇਸ ਦੀ ਤਾਜ਼ਾ ਰਿਪੋਰਟ ਵਿੱਚ ਇਹ ਸਿੱਟਾ ਕੱਢਿਆ ਗਿਆ ਹੈ ਕਿ ਮੌਜੂਦਾ ਸਰਕਾਰ ਦੀਆਂ ਨੀਤੀਆਂ ਦੇ ਤਹਿਤ ਨਵਿਆਉਣਯੋਗ ਊਰਜਾ 2030 ਤੱਕ ਅੱਧੀ ਦੁਨੀਆ ਦੀ ਬਿਜਲੀ ਪੈਦਾ ਕਰਨ ਦੀ ਸੰਭਾਵਨਾ ਹੈ, ਜਿਸ ਵਿੱਚ ਜੈਵਿਕ ਬਾਲਣ ਉਤਪਾਦਨ ਨਾਲੋਂ ਪੌਣ ਊਰਜਾ ਵਿੱਚ 3 ਗੁਣਾ ਜ਼ਿਆਦਾ ਨਿਵੇਸ਼ ਕੀਤਾ ਜਾਵੇਗਾ। ਐਲਬਰਟਾ ਅਪਾਹਜ ਵਸਨੀਕਾਂ ਲਈ ਰੁਜ਼ਗਾਰ ਨੂੰ ਵਧੇਰੇ ਪਹੁੰਚਯੋਗ ਬਣਾਉਣ ਲਈ $10 ਮਿਲੀਅਨ ਖਰਚ ਕਰ ਰਿਹਾ ਹੈ। ਐਲਬਰਟਾ ਦੇ ਸੀਨੀਅਰਸ ਕਮਿਊਨਿਟੀ ਅਤੇ ਸਮਾਜਿਕ ਸੇਵਾਵਾਂ ਦੇ ਮੰਤਰੀ ਜੇਸਨ ਨਿਕਸਨ ਨੇ ਲੰਘੇ ਵੀਰਵਾਰ ਨੂੰ ਡਾਊਨਟਾਊਨ ਐਡਮਿੰਟਨ ਵਿੱਚ ਫੰਡਿੰਗ ਦਾ ਐਲਾਨ ਕੀਤਾ। ਜਾਣਕਾਰੀ ਮੁਤਾਬਕ ਮੀਡੀਆ ਇਵੈਂਟ ਵਿੱਚ ਹਿੱਸਾ ਲੈਣ ਵਾਲਿਆਂ ਵਿੱਚ ਐਲਬਰਟਾ ਇੰਪਲੋਇਮੈਂਟ ਫਸਟ ਨੈਟਵਰਕ ਅਤੇ ਗੇਟਵੇ ਐਸੋਸੀਏਸ਼ਨ ਦੇ ਨੁਮਾਇੰਦੇ ਵੀ ਸ਼ਾਮਲ ਸਨ, ਜਿਨ੍ਹਾਂ ਨੇ ਕਿਹਾ ਕਿ ਐਲਬਰਟਾ ਦੇ ਅਪਾਹਜ ਲੋਕਾਂ ਦੀ ਸੰਭਾਵਨਾ ਨੂੰ ਰੂੜੀਵਾਦੀ ਧਾਰਨਾਵਾਂ ਅਤੇ ਗਲਤ ਧਾਰਨਾਵਾਂ ਕਾਰਨ ਨਜ਼ਰਅੰਦਾਜ਼ ਕੀਤਾ ਜਾਂਦਾ ਹੈ। ਗੇਟਵੇ ਐਸੋਸੀਏਸ਼ਨ, ਜਿਸ ਨੂੰ $1.1 ਮਿਲੀਅਨ ਪ੍ਰਾਪਤ ਹੋਏ, ਸਰਕਾਰੀ ਸਹਾਇਤਾ ਦਾ ਹਿੱਸਾ ਪ੍ਰਾਪਤ ਕਰਨ ਵਾਲੀਆਂ 10 ਏਜੰਸੀਆਂ ਵਿੱਚੋਂ ਇੱਕ ਸੀ। ਸ਼ੇਰਬਰੁਕ, ਕਿਊਬੈਕ ਵਿੱਚ ਬਿਸ਼ਪ ਯੂਨੀਵਰਸਿਟੀ ਤੋਂ ਲਗਭਗ 400 ਤੋਂ 600 ਵਿਦਿਆਰਥੀ ਸੂਬੇ ਤੋਂ ਬਾਹਰ ਅਤੇ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਟਿਊਸ਼ਨ ਵਾਧੇ ਦੇ ਖਿਲਾਫ ਇੱਕ ਵੱਡੇ ਵਿਰੋਧ ਪ੍ਰਦਰਸ਼ਨ ਵਿੱਚ ਸ਼ਾਮਲ ਹੋਣ ਲਈ ਸੋਮਵਾਰ ਨੂੰ ਮੌਂਟਰੀਅਲ ਲਈ ਬੱਸ ਰਾਹੀਂ ਯਾਤਰਾ ਕਰਨ ਦੀ ਯੋਜਨਾ ਬਣਾ ਰਹੇ ਹਨ। ਜਾਣਕਾਰੀ ਮੁਤਾਬਕ ਪ੍ਰੋਵਿੰਸ਼ੀਅਲ ਸਰਕਾਰ ਦੁਆਰਾ ਐਲਾਨ ਕੀਤੇ ਜਾਣ ਤੋਂ ਬਾਅਦ ਕਿ ਕਿਊਬੈਕ ਵਿੱਚ ਯੂਨੀਵਰਸਿਟੀ ਵਿੱਚ ਜਾਣ ਲਈ ਸੂਬੇ ਤੋਂ ਬਾਹਰ ਅਤੇ ਅੰਤਰਰਾਸ਼ਟਰੀ ਵਿਦਿਆਰਥੀਆਂ ਤੋਂ ਵੱਧ ਖਰਚਾ ਲਿਆ ਜਾਵੇਗਾ, ਵਿਰੋਧ ਪ੍ਰਦਰਸ਼ਨ ਕਰਨ ਦੀਆਂ ਯੋਜਨਾਵਾਂ ਵੱਧ ਗਈਆਂ ਹਨ। ਕੋਐਲੀਸ਼ਨ ਐਵੇਨਿਊ ਕਿਊਬੈਕ ਸਰਕਾਰ ਕਹਿੰਦੀ ਹੈ ਕਿ ਸੂਬੇ ਤੋਂ ਬਾਹਰ ਦੇ ਵਿਦਿਆਰਥੀਆਂ ਲਈ ਟਿਊਸ਼ਨ ਅਗਲੀ ਗਿਰਾਵਟ ਤੋਂ $8,992 ਤੋਂ $17,000 ਹੋ ਜਾਵੇਗੀ, ਜਿਸ ਦੇ ਮੁਤਾਬਕ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਘੱਟੋ-ਘੱਟ $20,000 ਦਾ ਭੁਗਤਾਨ ਕਰਨਾ ਪਵੇਗਾ ਅਤੇ ਇਕੱਠੀ ਕੀਤੀ ਗਈ ਰਕਮ ਨੂੰ ਫ੍ਰੈਂਚ ਯੂਨੀਵਰਸਿਟੀ ਪ੍ਰਣਾਲੀ ਵਿੱਚ ਮੁੜ ਨਿਵੇਸ਼ ਕੀਤਾ ਜਾਣਾ ਹੈ। ਹਾਲਾਂਕਿ ਕੋਐਲੀਸ਼ਨ ਐਵੇਨਿਊ ਕਿਊਬੈਕ ਜ਼ੋਰ ਦੇ ਕੇ ਕਹਿੰਦਾ ਹੈ ਕਿ ਇਹ ਵਾਅਦੇ ਅੰਗਰੇਜ਼ੀ ਬੋਲਣ ਵਾਲਿਆਂ ਤੇ ਹਮਲਾ ਨਹੀਂ ਹਨ। ਇਸਨੇ ਕਿਹਾ ਕਿ ਉਹ ਫ੍ਰੈਂਚ ਭਾਸ਼ਾ ਦੀ ਰੱਖਿਆ ਕਰਨਾ ਚਾਹੁੰਦਾ ਹੈ, ਖਾਸ ਤੌਰ ਤੇ ਮੌਂਟਰੀਅਲ ਵਿੱਚ ਇਸ ਨੂੰ ਉਹਨਾਂ ਵਿਦਿਆਰਥੀਆਂ ਲਈ ਹੋਰ ਮਹਿੰਗਾ ਬਣਾ ਕੇ ਜੋ ਸਰਕਾਰ ਦੇ ਅਨੁਸਾਰ ਕਿਊਬੈਕ ਵਿੱਚ ਅੰਗਰੇਜ਼ੀ ਵਿੱਚ ਪੜ੍ਹਨ ਲਈ ਆਉਂਦੇ ਹਨ ਅਤੇ ਸਿਰਫ ਗ੍ਰੈਜੂਏਸ਼ਨ ਤੋਂ ਬਾਅਦ ਛੱਡ ਕੇ ਚਲੇ ਜਾਂਦੇ ਹਨ। ਇੱਕ ਦਿਨ ਦੀ ਹੜਤਾਲ ਐਕਸ਼ਨ, ਜਿਸ ਨੂੰ ਨੀਲੀ ਗਿਰਾਵਟ ਦਾ ਵਿਰੋਧ ਕਿਹਾ ਜਾਂਦਾ ਹੈ, ਹਜ਼ਾਰਾਂ ਵਿਦਿਆਰਥੀਆਂ ਨੂੰ ਦੁਪਹਿਰ 1 ਵਜੇ ਡਾਊਨਟਾਊਨ ਮੌਂਟਰੀਅਲ ਦੇ ਡੋਰਚੈਸਟਰ ਸਕੁਆਇਰ ਤੋਂ ਮਾਰਚ ਕਰਦੇ ਦੇਖਣ ਦੀ ਉਮੀਦ ਹੈ, ਜੋ ਕਿ ਮਾਰਚ ਕਰਦੇ ਹੋਏ ਮੈਕਗਿਲ ਯੂਨੀਵਰਸਿਟੀ ਦੇ ਰੋਡੀ ਗੇਟਸ ਦੇ ਸਾਹਮਣੇ ਪਹੁੰਚਣਗੇ। ਨੋਵਾ ਸਕੋਸ਼ੀਆ ਵਿੱਚ ਇੱਕ ਛੋਟੇ ਦਾਅਵਿਆਂ ਦੀ ਅਦਾਲਤ ਨੇ ਹੁਣੇ ਹੀ ਇੱਕ ਹੈਲੀਫੈਕਸ ਜੋੜੇ ਨੂੰ ਸੈਂਕੜੇ ਡਾਲਰ ਦਿੱਤੇ ਹਨ, ਜੋ ਪਿਛਲੇ ਕ੍ਰਿਸਮਸ ਵਿੱਚ ਟੋਰਾਂਟੋ ਲਈ ਉਡਾਨ ਭਰ ਰਿਹਾ ਸੀ, ਜਦੋਂ ਉਹਨਾਂ ਦੀ ਵੈਸਟ ਜੈਟ ਫਲਾਈਟ ਵਿੱਚ 3 ਘੰਟੇ ਤੋਂ ਵੱਧ ਦੀ ਦੇਰੀ ਹੋਈ ਸੀ। ਰਿਚਰਡਸਨ ਅਤੇ ਉਸਦੇ ਪਤੀ ਬੈਨ ਫ੍ਰੈਡਰਿਕ ਨੇ 23 ਦਸੰਬਰ 2022 ਨੂੰ ਹੈਲੀਫੈਕਸ ਤੋਂ ਟੋਰਾਂਟੋ ਲਈ ਉਡਾਨ ਭਰਨ ਦੀ ਯੋਜਨਾ ਬਣਾਈ ਸੀ, ਪਰ ਖਰਾਬ ਮੌਸਮ ਕਾਰਨ ਉਹਨਾਂ ਦੀ ਫਲਾਈਟ ਰੱਦ ਕਰ ਦਿੱਤੀ ਗਈ ਸੀ ਅਤੇ ਕ੍ਰਿਸਮਸ ਦੇ ਦਿਨ ਲਈ ਮੁੜ ਨਿਰਧਾਰਿਤ ਕੀਤੀ ਗਈ ਸੀ। ਉਹਨਾਂ ਦੀ ਯਾਤਰਾ ਦੇ ਦਿਨ ਉਹਨਾਂ ਦੀ ਫਲਾਈਟ ਵਾਰ-ਵਾਰ ਲੇਟ ਹੋਈ ਅਤੇ ਉਹ ਉਮੀਦ ਨਾਲੋਂ 3 ਘੰਟੇ 45 ਮਿੰਟ ਬਾਅਦ ਟੋਰਾਂਟੋ ਪਹੁੰਚੇ, ਜਦੋਂ ਕਿ ਪਹਿਲੀ ਕੈਂਸਲੇਸ਼ਨ ਤੂਫਾਨ ਦੇ ਕਾਰਨ ਸੀ। ਕ੍ਰਿਸਮਸ ਦੀ ਦੇਰੀ ਮੌਸਮ ਨਾਲ ਸੰਬੰਧਿਤ ਨਹੀਂ ਸੀ। ਕੈਨੇਡਾ ਵਿੱਚ ਏਅਰਲਾਈਨ ਮੁਆਵਜ਼ੇ ਦੇ ਨਿਯਮਾਂ ਦੇ ਅਨੁਸਾਰ ਜੇਕਰ ਕੋਈ ਵਿਘਨ ਏਅਰਲਾਈਨ ਦੇ ਨਿਯੰਤਰਣ ਵਿੱਚ ਹੈ ਅਤੇ ਸੁਰੱਖਿਆ ਨਾਲ ਸੰਬੰਧਿਤ ਨਹੀਂ ਹੈ ਤਾਂ ਉਸਨੂੰ $400 ਦਾ ਮੁਆਵਜ਼ਾ ਦੇਣਾ ਪਵੇਗਾ ਜੇਕਰ ਕੋਈ ਫਲਾਈਟ 3 ਤੋਂ 6 ਘੰਟੇ ਲੇਟ ਹੈ, ਅਤੇ ਜੇ ਇਹ 6 ਤੋਂ 9 ਘੰਟੇ ਲੇਟ ਹੈ ਤਾਂ $700 ਦਾ ਮੁਆਵਜ਼ਾ, ਅਤੇ ਜੇ ਇਹ 9 ਘੰਟੇ ਤੋਂ ਵੱਧ ਦੇਰੀ ਨਾਲ ਚੱਲਦੀ ਹੈ ਤਾਂ $1000 ਦਾ ਮੁਆਵਜ਼ਾ ਦੇਣਾ ਪਵੇਗਾ। ਰਿਚਰਡਸਨ, ਜੋ ਉਸ ਸਮੇਂ ਵਕੀਲ ਹੋਣ ਦਾ ਦਾਅਵਾ ਕਰ ਰਹੀ ਸੀ, ਉਸਨੇ ਇਹ ਦਾਅਵਾ ਦਾਇਰ ਕੀਤਾ। ਉਸਨੇ ਵੈਸਟਜੈਟ ਨੂੰ ਦੱਸਿਆ ਕਿ ਉਹ ਹਰੇਕ $400 ਦੇ ਮੁਆਵਜ਼ੇ ਦੇ ਹੱਕਦਾਰ ਹਨ। ਹਾਲਾਂਕਿ ਵੈਸਟਜੈਟ ਵੱਲੋਂ 2 ਵਾਰ ਇਹਨਾਂ ਦਾਅਵਿਆਂ ਤੋਂ ਇਨਕਾਰ ਕੀਤਾ ਗਿਆ ਸੀ। ਰਿਚਰਡਸਨ ਇਸ ਤੋਂ ਅਸਹਿਮਤ ਸੀ ਅਤੇ ਕੇਸ ਨੂੰ ਨੋਵਾ ਸਕੋਸ਼ੀਆ ਵਿੱਚ ਛੋਟੇ ਦਾਅਵਿਆਂ ਦੀ ਅਦਾਲਤ ਵਿੱਚ ਲੈ ਕੇ ਗਈ। ਇੱਕ ਜੱਜ ਨੇ ਸਹਿਮਤੀ ਦਿੱਤੀ ਕਿ ਜੋੜੇ ਨੂੰ ਮੁਆਵਜ਼ਾ ਦਿੱਤਾ ਜਾਣਾ ਚਾਹੀਦਾ ਹੈ ਅਤੇ ਵੈਸਟਜੈਟ ਨੂੰ ਉਹਨਾਂ ਨੂੰ ਲਗਭਗ $900 ਦੇ ਅਦਾਲਤੀ ਖਰਚੇ ਵਿੱਚ $800 ਅਤੇ $99.70 ਦਾ ਭੁਗਤਾਨ ਕਰਨ ਦਾ ਆਦੇਸ਼ ਦਿੱਤਾ ਗਿਆ। ਗਾਜ਼ਾ ਪੱਟੀ ਵਿੱਚ ਅਲ ਜਜ਼ੀਰਾ ਦੇ ਮੁੱਖ ਪੱਤਰਕਾਰ ਵਾਇਲ ਡਾਡੋ ਘੇਰੇ ਹੋਏ ਖੇਤਰ ਦੇ ਰਾਤ ਦੇ ਅਸਮਾਨ ਦੀਆਂ ਲਾਈਵ ਤਸਵੀਰਾਂ ਪ੍ਰਸਾਰਿਤ ਕਰਨ ਵਿੱਚ ਮਦਦ ਕਰ ਰਿਹਾ ਸੀ ਜਦੋਂ ਉਸ ਨੂੰ ਵਿਨਾਸ਼ਕਾਰੀ ਖਬਰ ਮਿਲੀ। ਜਾਣਕਾਰੀ ਮੁਤਾਬਕ ਇਜ਼ਰਾਈਲੀ ਹਵਾਈ ਹਮਲੇ 'ਚ ਉਸਦੀ ਪਤਨੀ, ਪੁੱਤਰ ਅਤੇ ਧੀ ਬੁੱਧਵਾਰ ਨੂੰ ਮਾਰੇ ਗਏ ਸਨ। ਕੁਝ ਪਲਾਂ ਬਾਅਦ ਕਤਰ ਆਧਾਰਿਤ ਸੈਟੇਲਾਈਟ ਚੈਨਲ ਨੇ ਗਾਜ਼ਾ ਦੇ ਅਲ ਅਕਸਾ ਹਸਪਤਾਲ ਵਿੱਚ ਦਾਖਲ ਹੋਣ ਤੋਂ ਪਹਿਲਾਂ ਡਾਡੋ ਦੀ ਫੁਟੇਜ ਨੂੰ ਬਦਲਿਆ ਜਦੋਂ ਉਸਨੇ ਆਪਣੇ ਮ੍ਰਿਤਕ ਪੁੱਤਰ ਦੀ ਲਾਸ਼ ਨੂੰ ਵੇਖਿਆ। ਇਸ ਵੀਡੀਓ ਦਾ ਪੂਰੇ ਅਰਬ ਸੰਸਾਰ ਵਿੱਚ ਗੂੰਜਣਾ ਯਕੀਨੀ ਸੀ, ਜਿੱਥੇ 53 ਸਾਲਾ ਪੱਤਰਕਾਰ ਕਈ ਯੁੱਧਾਂ ਦੌਰਾਨ ਫਲਸਤੀਨੀਆਂ ਦੇ ਚਿਹਰੇ ਵਜੋਂ ਜਾਣਿਆ ਗਿਆ, ਜਿਸ ਨੂੰ ਆਪਣੇ ਜੱਦੀ ਗਾਜ਼ਾ ਵਿੱਚ ਲੋਕਾਂ ਦੇ ਦੁੱਖਾਂ ਅਤੇ ਮੁਸੀਬਤਾਂ ਦੀਆਂ ਕਹਾਣੀਆਂ ਬਾਹਰੀ ਦੁਨੀਆ ਨੂੰ ਸੁਣਾਉਣ ਲਈ ਸਤਿਕਾਰਿਆ ਜਾਂਦਾ ਹੈ।
ਨੈਟਵਰਕ ਨੇ ਕਿਹਾ ਕਿ ਡਾਡੋ ਦਾ ਪਰਿਵਾਰ ਯੁੱਧ ਦੁਆਰਾ ਵਿਸਥਾਪਿਤ 10 ਲੱਖ ਤੋਂ ਵੱਧ ਗਾਜ਼ਾ ਨਿਵਾਸੀਆਂ ਵਿੱਚੋਂ ਇੱਕ ਸੀ ਜੋ ਹੁਣ ਇਸ ਦੇ 20ਵੇਂ ਦਿਨ ਵਿੱਚ ਹੈ ਅਤੇ ਜਦੋਂ ਹੜਤਾਲ ਹੋਈ ਸੀ ਤਾਂ ਨੁਸਰਤ ਵਿੱਚ ਇੱਕ ਘਰ ਵਿੱਚ ਰਹਿ ਰਹੇ ਸਨ। ਗਾਜ਼ਾ ਦੇ ਸਿਹਤ ਮੰਤਰਾਲੇ ਦਾ ਕਹਿਣਾ ਹੈ ਕਿ ਇਜ਼ਰਾਈਲੀ ਹਮਲਿਆਂ ਵਿੱਚ 6500 ਤੋਂ ਵੱਧ ਫਲਸਤੀਨੀ ਮਾਰੇ ਗਏ ਹਨ। ਐਸੋਸੀਏਟਿਡ ਪ੍ਰੈਸ ਸੁਤੰਤਰ ਤੌਰ ਤੇ ਮਰਨ ਵਾਲਿਆਂ ਦੀ ਗਿਣਤੀ ਦੀ ਪੁਸ਼ਟੀ ਨਹੀਂ ਕਰ ਸਕਿਆ। ਯੂਰੋਪੀਅਨ ਯੂਨੀਅਨ ਦੇ ਨੇਤਾਵਾਂ ਨੇ ਗਾਜ਼ਾ ਵਿੱਚ ਨਾਗਰਿਕਾਂ ਤੱਕ ਸਹਾਇਤਾ ਪਹੁੰਚਾਉਣ ਦੀ ਆਗਿਆ ਦੇਣ ਲਈ ਮਨੁੱਖਤਾਵਾਦੀ ਗਲਿਆਰੇ ਅਤੇ ਵਿਰਾਮ ਦੀ ਮੰਗ ਕੀਤੀ ਹੈ। ਬ੍ਰਸਲਸ ਵਿੱਚ ਇੱਕ ਸੰਮੇਲਨ ਦੌਰਾਨ ਇੱਕ ਐਲਾਨ ਵਿੱਚ ਯੂਰੋਪੀਅਨ ਯੂਨੀਅਨ ਦੇ 27 ਦੇਸ਼ਾਂ ਦੇ ਆਗੂਆਂ ਨੇ ਗਾਜ਼ਾ ਵਿੱਚ ਵਿਗੜਦੀ ਮਾਨਵਤਾਵਾਦੀ ਸਥਿਤੀ ਲਈ ਗੰਭੀਰ ਚਿੰਤਾ ਜ਼ਾਹਰ ਕੀਤੀ। ਉਹਨਾਂ ਨੇ ਮਨੁੱਖਤਾਵਾਦੀ ਲੋੜਾਂ ਲਈ ਮਨੁੱਖਤਾਵਾਦੀ ਗਲਿਆਰੇ ਅਤੇ ਵਿਰਾਮ ਸਮੇਤ ਸਾਰੇ ਲੋੜੀਂਦੇ ਉਪਾਵਾਂ ਦੁਆਰਾ ਲੋੜਵੰਦਾਂ ਤੱਕ ਪਹੁੰਚਾਉਣ ਲਈ ਨਿਰੰਤਰ ਤੇ ਸੁਰੱਖਿਅਤ ਅਤੇ ਨਿਰਵਿਘਨ ਮਾਨਵਤਾਵਾਦੀ ਪਹੁੰਚ ਅਤੇ ਸਹਾਇਤਾ ਦੀ ਮੰਗ ਕੀਤੀ। ਐਲਾਨ ਪੱਤਰ ਵਿੱਚ ਇਹ ਵੀ ਕਿਹਾ ਗਿਆ ਕਿ ਯੂਰੋਪੀਅਨ ਕੌਂਸਲ ਇਜ਼ਰਾਈਲ ਵਿੱਚ ਇਸ ਦੇ ਬੇਰਹਿਮੀ ਅਤੇ ਅੰਨ੍ਹੇਵਾਹ ਅੱਤਵਾਦੀ ਹਮਲਿਆਂ ਲਈ ਹਮਾਸ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕਰਦੀ ਹੈ। ਇਸ ਵਿੱਚ ਇਹ ਵੀ ਕਿਹਾ ਗਿਆ ਕਿ ਹਮਾਸ ਦੁਆਰਾ ਨਾਗਰਿਕਾਂ ਦੀ ਮਨੁੱਖੀ ਢਾਲ ਵਜੋਂ ਵਰਤੋਂ ਖਾਸ ਤੌਰ ਤੇ ਦੁਖਦਾਈ ਅਤਿਆਚਾਰ ਹੈ। ਮੈਕਸੀਕੋ ਦੇ ਪ੍ਰਸ਼ਾਂਤ ਤੱਟ ਤੇ ਟਕਰਾਉਣ ਵਾਲੇ ਤੂਫਾਨ ਓਟਿਸ ਕਾਰਨ ਘੱਟੋ-ਘੱਟ 27 ਲੋਕਾਂ ਦੀ ਮੌਤ ਹੋ ਗਈ ਹੈ। ਇਹ ਜਾਣਕਾਰੀ ਉੱਥੋਂ ਦੇ ਅਧਿਕਾਰੀਆਂ ਵੱਲੋਂ ਦਿੱਤੀ ਗਈ। ਸੁਰੱਖਿਆ ਸਕੱਤਰ ਨੇ ਦੱਸਿਆ ਕਿ 4 ਹੋਰ ਲੋਕਾਂ ਦੇ ਲਾਪਤਾ ਹੋਣ ਦੀ ਸੂਚਨਾ ਮਿਲੀ ਹੈ। BBC ਦੀ ਰਿਪੋਰਟ ਮੁਤਾਬਕ ਆਕਾਪੁਲਕੋ ਸਭ ਤੋਂ ਵੱਧ ਪ੍ਰਭਾਵਿਤ ਖੇਤਰਾਂ ਵਿੱਚੋਂ ਇੱਕ ਸੀ, ਜਿਸ ਵਿੱਚ ਰਿਜ਼ੋਰਟ ਦੇ 80% ਹੋਟਲ ਨੁਕਸਾਨੇ ਗਏ ਸਨ ਅਤੇ ਗਲੀਆਂ ਵਿੱਚ ਹੜ੍ਹ ਆ ਗਿਆ ਸੀ। ਮੈਕਸੀਕੋ ਦੇ ਰਾਸ਼ਟਰਪਤੀ ਨੇ ਜ਼ਮੀਨੀ ਰਸਤੇ ਸ਼ਹਿਰ ਦੀ ਯਾਤਰਾ ਕੀਤੀ ਅਤੇ ਇੱਕ ਸਮੇਂ ਤੇ ਆਪਣੀ ਕਾਰ ਤੋਂ ਬਾਹਰ ਨਿਕਲ ਕੇ ਪੈਦਲ ਚੱਲਣਾ ਪਿਆ ਕਿਉਂਕਿ ਇੱਕ ਚਿੱਕੜ ਦੇ ਮਲਬੇ ਨੇ ਹਾਈਵੇ ਨੂੰ ਰੋਕ ਦਿੱਤਾ ਸੀ। ਰਿਪੋਰਟਾਂ ਮੁਤਾਬਕ ਲੈਂਡਲਾਈਨ ਅਤੇ ਮੋਬਾਈਲ ਫੋਨ ਦੀ ਕਵਰੇਜ 24 ਘੰਟਿਆਂ ਤੋਂ ਵੱਧ ਸਮੇਂ ਲਈ ਵਿਘਨ ਪੈਣ ਕਾਰਨ ਬੰਦ ਹੈ ਅਤੇ ਇਸ ਕਰਕੇ ਹੀ ਮੌਤਾਂ ਦੀ ਗਿਣਤੀ ਜਾਰੀ ਕਰਨ ਲਈ ਅਧਿਕਾਰੀਆਂ ਨੂੰ ਲੰਘੇ ਵੀਰਵਾਰ ਸਵੇਰ ਤੱਕ ਦਾ ਸਮਾਂ ਲੱਗਾ। ਇਸ ਦੌਰਾਨ ਰੱਖਿਆ ਮੰਤਰਾਲੇ ਨੇ ਕਿਹਾ ਕਿ 8000 ਸੈਨਿਕਾਂ ਨੂੰ ਆਕਾਪੁਲਕੋ ਅਤੇ ਤੱਟ ਦੇ ਨਾਲ ਲੱਗਦੇ ਕਸਬਿਆਂ ਵਿੱਚ ਤਾਇਨਾਤ ਕੀਤਾ ਗਿਆ ਹੈ ਤਾਂ ਜੋ ਸਫਾਈ ਵਿੱਚ ਮਦਦ ਕੀਤੀ ਜਾ ਸਕੇ ਅਤੇ ਵਸਨੀਕਾਂ ਨੂੰ ਭੋਜਨ ਅਤੇ ਪਾਣੀ ਮੁਹੱਈਆ ਕਰਵਾਇਆ ਜਾ ਸਕੇ। ਹਰੀਕੇਨ ਓਟਿਸ ਨੇ ਬੁੱਧਵਾਰ ਨੂੰ ਸਥਾਨਕ ਸਮੇਂ ਅਨੁਸਾਰ ਤੜਕੇ 12:25 ਤੇ ਲੈਂਡਫਾਲ ਕੀਤਾ। ਇਹ ਸਿਰਫ 12 ਘੰਟਿਆਂ ਵਿੱਚ ਇੱਕ ਗਰਮਖੰਡੀ ਤੂਫਾਨ ਤੋਂ ਇੱਕ ਸ਼੍ਰੇਣੀ 5 ਤੂਫਾਨ ਸਭ ਤੋਂ ਗੰਭੀਰ ਸ਼੍ਰੇਣੀ ਵਿੱਚ ਬਦਲ ਗਿਆ ਸੀ। ਇਸ ਤੂਫਾਨ ਨਾਲ ਗੁਏਰੇਰੋ ਰਾਜ ਦੇ 30% ਤੋਂ ਵੱਧ ਘਰਾਂ ਦੀ ਬਿਜਲੀ ਖਤਮ ਹੋ ਗਈ, ਜਿਸ ਨਾਲ ਪੂਰਾ ਸ਼ਹਿਰ ਹਨੇਰੇ ਵਿੱਚ ਡੁੱਬ ਗਿਆ। US ਨੈਸ਼ਨਲ ਹਰੀਕੇਨ ਸੈਂਟਰ ਨੇ ਕਿਹਾ ਕਿ ਮੀਂਹ ਉੱਚੀ ਭੂਮੀ ਵਾਲੇ ਖੇਤਰਾਂ ਵਿੱਚ ਚਿੱਕੜ ਦੇ ਨਾਲ-ਨਾਲ ਸ਼ਹਿਰੀ ਹੜ੍ਹ ਪੈਦਾ ਕਰ ਸਕਦਾ ਹੈ। ਅੱਜ ਦੀਆਂ ਖਬਰਾਂ ਦੇ ਵਿੱਚ ਇੰਨਾ ਹੀ। ਮੁੜ ਤੋਂ ਹਾਜ਼ਰ ਹੋਵਾਂਗੇ ਨਵੀਆਂ ਖਬਰਾਂ ਦੇ ਨਾਲ। ਤੁਸੀਂ ਵੇਖਦੇ ਰਹੋ BTV। ਬੀ ਪੋਜ਼ਿਟਿਵ, ਬੀ ਯੋਰਸੈਲਫ।